ਹੈਲੋ ਐਵਰੀਵਨ, ਅੱਜ ਅਸੀਂ ETT ਪੇਪਰ ਸੈਕਿੰਡ ਦੀ ਸਾਇੰਸ ਸਟਾਰਟ ਕਰਨ ਲੱਗੇ ਹਾਂ। ਸਭ ਤੋਂ ਪਹਿਲਾ ਟੌਪਿਕ ਹੈ ਮੋਸ਼ਨ। ਵਟ ਇਜ਼ ਮੋਸ਼ਨ, ਯਾਨੀ ਕਿ ਗਤੀ ਕੀ ਹੈ। ਮੋਸ਼ਨ ਦਾ ਮਤਲਬ ਆ ਮੂਵ ਕਰਨਾ। ਜਿਵੇਂ ਮੈਂ ਕਹਿੰਦਾ, ਸਪੋਜ਼ ਕਰ ਲਓ ਕਿ ਆਪਾਂ ਇਸ ਪੋਜੀਸ਼ਨ 'ਤੇ ਖੜ੍ਹੇ ਹਾਂ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਉਸ ਪੁਆਇੰਟ ਦਾ ਪਤਾ ਹੋਣਾ ਚਾਹੀਦਾ ਜਿੱਥੋਂ ਆਪਾਂ ਆਪਣੀ ਮੋਸ਼ਨ ਸਟਾਰਟ ਕਰਨੀ ਹੈ। ਇਸ ਪੁਆਇੰਟ ਨੂੰ ਬੋਲਦੇ ਆ ਰੈਫਰੈਂਸ ਪੁਆਇੰਟ। ਸਪੋਜ਼ ਕਰ ਲਓ ਸਪੋਜ਼ ਕਰ ਲਓ ਇੱਕ ਕਾਰ ਹੀ ਹੈ, ਇੱਥੋਂ ਮੂਵ ਕੀਤਾ ਉਹਨੇ, ਇੱਥੋਂ ਤੱਕ ਪਹੁੰਚਣਾ। ਤਾਂ ਇਹ ਕੋਈ ਵੀ ਆਪਾਂ ਕਹੀਏ ਵੀ ਕੋਈ ਵੀ ਔਬਜੈਕਟ ਕਿਸੇ ਦੂਸਰੇ ਔਬਜੈਕਟ ਦੇ ਕੰਪੈਰੇਟਿਵ ਆਪਦੀ ਪੋਜੀਸ਼ਨ ਚੇਂਜ ਕਰਦੀ ਆ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ, ਮੋਸ਼ਨ। ਯਾਨੀ ਕਿ ਚੇਂਜ ਪੋਜੀਸ਼ਨ ਵਿਦ ਟਾਈਮ। ਚੇਂਜ ਪੋਜੀਸ਼ਨ ਵਿਦ ਟਾਈਮ ਉਹਨੂੰ ਬੋਲਦੇ ਆ ਮੋਸ਼ਨ। ਉਸ ਤੋਂ ਬਾਅਦ ਰੈਸਟ 'ਤੇ ਕੋਈ ਔਬਜੈਕਟ ਰੈਸਟ 'ਤੇ ਕਦੋਂ ਹੋਊਗਾ? ਰੈਸਟ 'ਤੇ ਜਾਂ ਆਪਾਂ ਕਹਾਂਗੇ ਵਿਰਾਮ 'ਤੇ। ਜੇ ਸਪੋਜ਼ ਕਰ ਲਓ ਬੱਸ ਖੜ੍ਹੀ ਆ, ਤਾਂ ਬਾਹਰ ਮੰਨ ਲਓ ਦਰੱਖਤ ਆ ਜਾਂ ਕੋਈ ਬਾਹਰ ਇੱਕ ਪਰਸਨ ਖੜ੍ਹਾ, ਤਾਂ ਉਹਦੇ ਕੰਪੈਰੇਟਿਵ ਜੇ ਆਪਾਂ ਦੇਖਾਂਗੇ ਤਾਂ ਆਪਾਂ ਕਹਾਂਗੇ ਔਬਜੈਕਟ ਕੀ ਆ, ਰੈਸਟ 'ਤੇ ਆ। ਯਾਨੀ ਕਿ ਉਹ ਆਪਦੀ ਪੋਜੀਸ਼ਨ ਵਿਦ ਟਾਈਮ ਚੇਂਜ ਨਹੀਂ ਕਰਦੀ ਪਈ, ਤਾਂ ਉਸ ਔਬਜੈਕਟ ਨੂੰ ਆਪਾਂ ਕੀ ਕਹਾਂਗੇ, ਰੈਸਟ 'ਤੇ ਆ। ਜਿਵੇਂ ਸਪੋਜ਼ ਕਰ ਲਓ ਰੂਮ ਦੇ ਵਿੱਚ ਚੇਅਰ ਪਈ ਆ, ਤਾਂ ਚੇਅਰ ਰੈਸਟ 'ਤੇ ਹੀ ਰਹੂਗੀ ਜਿੰਨਾ ਟਾਈਮ ਆਪਾਂ ਉਹਨੂੰ ਖੁਦ ਨਹੀਂ ਉਠਾ ਲੈਂਦੇ। ਯਾਨੀ ਕਿ ਔਬਜੈਕਟ ਕੀ ਆ, ਰੈਸਟ 'ਤੇ ਆ ਵਿਦ ਰਿਸਪੈਕਟ ਟੂ ਟਾਈਮ। ਟਾਈਮ ਦਿਨ ਦੀ ਰਾਤ ਹੋ ਗਈ, ਰਾਤ ਤੋਂ ਅਗਲੀ ਸਵੇਰ ਹੋ ਗਈ, ਉਹ ਔਬਜੈਕਟ ਆਪਦੀ ਪੋਜੀਸ਼ਨ ਚੇਂਜ ਨਹੀਂ ਕਰਦਾ ਪਿਆ, ਮੀਨਜ਼ ਔਬਜੈਕਟ ਗਿਆ ਐਟ ਰੈਸਟ 'ਤੇ ਆ। ਨੈਕਸਟ ਆਪਾਂ ਕਰਦੇ ਹਾਂ ਡਿਸਟੈਂਸ ਅਤੇ ਡਿਸਪਲੇਸਮੈਂਟ ਕੀ ਹੁੰਦਾ ਆ। ਡਿਸਟੈਂਸ ਅਤੇ ਡਿਸਪਲੇਸਮੈਂਟ। ਪੰਜਾਬੀ ਨੂੰ ਡਿਸਟੈਂਸ 'ਚ ਬੋਲਦੇ ਆ ਦੂਰੀ, ਅਤੇ ਡਿਸਪਲੇਸਮੈਂਟ ਨੂੰ ਬੋਲਦੇ ਆ ਵਿਸਥਾਪਨ। ਸਪੋਜ਼ ਕਰ ਲਓ ਕੋਈ ਪਰਸਨ ਇੱਥੇ ਖੜ੍ਹਾ, ਉਹਨੇ ਇਸ ਪੋਜੀਸ਼ਨ 'ਤੇ ਜਾਣਾ। ਜਿਵੇਂ ਸਪੋਜ਼ ਕਰ ਲਓ ਆਪਾਂ ਛੋਟੇ ਹੁੰਦੇ ਜਦੋਂ ਸਕੂਲ ਜਾਂਦੇ ਸੀ, ਤਾਂ ਮੋਸਟਲੀ ਆਪਣੀ ਆਦਤ ਹੁੰਦੀ ਸੀ ਵੀ ਜਿਹੜਾ ਲੈਕਚਰ ਨਹੀਂ ਪਸੰਦ ਹੁੰਦਾ ਤਾਂ ਪਾਣੀ ਦੇ ਬਹਾਨੇ ਬਾਹਰ ਚੱਲ ਜਾਓ, ਅਤੇ ਪਾਣੀ ਪੀਣ ਦਾ ਜਿਹੜਾ ਸਭ ਤੋਂ ਲੰਬਾ ਰਸਤਾ ਹੁੰਦਾ ਸੀ, ਜਿਵੇਂ ਉਸ ਰਸਤੇ ਰਾਹੀਂ ਆਪਾਂ ਪਾਣੀ ਪੀਣ ਜਾਂਦੇ ਸੀ ਤਾਂ ਜੋ ਲੈਕਚਰ ਦਾ ਵੱਧ ਤੋਂ ਵੱਧ ਟਾਈਮ ਪਾਸ ਹੋ ਸਕੇ। ਤਾਂ ਸਪੋਜ਼ ਕਰ ਲਓ ਕਿ ਆਹ ਇੱਕ ਪਰਸਨ ਸੀ ਰਾਮ, ਉਹਨੇ ਇਸ ਪੋਜੀਸ਼ਨ 'ਤੇ ਜਾਣਾ, ਅਤੇ ਉਹ ਇੱਧਰੋਂ ਹੁੰਦਾ ਹੋਇਆ ਇੱਥੇ ਪਹੁੰਚ ਗਿਆ। ਹੋ ਸਕਦਾ ਕਿਸੇ ਹੋਰ ਰਸਤੇ 'ਚ ਹੁੰਦਾ ਹੋਇਆ ਇੱਥੇ ਪਹੁੰਚਿਆ ਹੋਵੇ, ਤਾਂ ਇਹਨੂੰ ਬੋਲਦੇ ਹਾਂ ਦੂਰੀ। ਯਾਨੀ ਕਿ ਡਿਸਟੈਂਸ ਟਰੈਵਲ ਬਾਏ ਅ ਔਬਜੈਕਟ ਵਿਦਨ ਅ ਟਾਈਮ, ਕਿ ਜਿੰਨੇ ਵੀ ਟਾਈਮ ਦੇ ਵਿੱਚ, ਟਾਈਮ ਦਾ ਨਹੀਂ ਆਪਾਂ ਨੂੰ ਪਤਾ, ਦੂਰੀ ਦਾ ਮਤਲਬ ਕੀ ਆ, ਕੋਈ ਵੀ ਵਸਤੂ ਉਹਨੇ ਜਿੰਨਾ ਟਾਈਮ ਜਾਂ ਜਿੰਨਾ ਫਾਸਲਾ ਟਰੈਵਲ ਕੀਤਾ ਉਹਨੂੰ ਆਪਾਂ ਕੀ ਬੋਲਦੇ ਹਾਂ, ਡਿਸਟੈਂਸ। ਡਿਸਟੈਂਸ ਦੀ ਯੂਨਿਟ ਇਹਨੂੰ ਆਪਾਂ ਕਾਹਦੇ 'ਚ ਮੈਜ਼ਰ ਕਰਦੇ ਹਾਂ, ਮੀਟਰ ਦੇ ਵਿੱਚ। SI ਯੂਨਿਟਸ ਇਹਦੇ ਹੁੰਦੇ ਨੇ ਮੀਟਰ। ਡਿਸਪਲੇਸਮੈਂਟ ਕੀ ਆ? ਹੁਣ ਜੇ ਮੈਂ ਕਹਾਂ ਇਹਦਾ ਸਭ ਤੋਂ ਸ਼ਾਰਟਕਟ ਰਸਤਾ ਕਿਹੜਾ ਆ, ਤਾਂ ਸਭ ਤੋਂ ਸ਼ਾਰਟਕਟ ਰਸਤਾ ਤਾਂ ਆਹੀ ਹੈ ਨਾ, ਸਿੱਧਾ ਰਸਤਾ। ਤਾਂ ਇਹਨੂੰ ਆਪਾਂ ਕੀ ਬੋਲਾਂਗੇ, ਦਿਸ ਇਜ਼ ਦਾ ਸ਼ਾਰਟਕਟ ਜਾਂ ਸ਼ਾਰਟੈਸਟ ਡਿਸਟੈਂਸ ਬਿਟਵੀਨ ਦਾ ਪੁਆਇੰਟ A ਐਂਡ B। ਯਾਨੀ ਕਿ ਡਿਸਪਲੇਸਮੈਂਟ ਹੈ ਤਾਂ ਦੂਰੀ ਹੀ, ਬਟ ਆਪਾਂ ਕੀ ਲਗਾਤੀ ਇਹਦੇ 'ਤੇ, ਡਾਇਰੈਕਸ਼ਨ ਲਗਾਤੀ। ਇਹਦਾ ਮਤਲਬ ਡਿਸਟੈਂਸ ਕੀ ਸੀ, ਡਿਸਟੈਂਸ ਦੇ ਵਿੱਚ ਸਿਰਫ ਆਪਾਂ ਨੂੰ ਇੰਨਾ ਪਤਾ ਵੀ ਆਪਾਂ ਕਿੰਨੀ ਦੂਰੀ ਤੈਅ ਕੀਤੀ। ਜਿਵੇਂ ਸਪੋਜ਼ ਕਰ ਲਓ ਮੈਂ ਤੁਹਾਨੂੰ ਕਹਿ ਦਾਂ ਵੀ ਆਪਾਂ 13 ਕਿਲੋਮੀਟਰ ਜਾਣਾ, ਮੈਂ ਤੁਹਾਨੂੰ ਕੁਛ ਵੀ ਨਹੀਂ ਕਿਹਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ, ਤਾਂ ਆਪਾਂ ਜਿਹੜੀ ਮਰਜ਼ੀ ਦੂਰੀ ਤੈਅ ਕਰਨੀ ਆ, ਬਸ ਸਿਰਫ 13 ਕਿਲੋਮੀਟਰ ਦੀ। ਯਾਨੀ ਕਿ ਇਹ ਕੀ ਹੈ, ਇੱਕ ਸਕੇਲਰ ਕੁਆਂਟੀਟੀ ਹੈ, ਇਹਨੂੰ ਆਪਾਂ ਕੀ ਬੋਲਾਂਗੇ, ਸਕੇਲਰ। ਅਤੇ ਆਈ ਥਿੰਕ ਪੰਜਾਬੀ 'ਚ ਵੀ ਇਹਨੂੰ ਸਕੇਲਰ ਹੀ ਬੋਲਦੇ ਆ। ਯਾਨੀ ਕਿ ਜਿਹਦੀ ਡਾਇਰੈਕਸ਼ਨ ਨਾ ਦਿੱਤੀ ਹੋਵੇ, ਸਿਰਫ ਉਹਦੀ ਕੀ ਦਿੱਤੀ ਆ, ਵੈਲਿਊ ਦਿੱਤੀ ਆ। ਅਤੇ ਜਿਹੜੀ ਡਿਸਪਲੇਸਮੈਂਟ ਆ, ਡਿਸਪਲੇਸਮੈਂਟ ਕੀ ਹੁੰਦੀ ਹੈ, ਜਿਵੇਂ ਮੈਂ ਤੁਹਾਨੂੰ ਕਹਿ ਦਾਂ ਤੁਸੀਂ ਇੱਥੋਂ 13 ਕਿਲੋਮੀਟਰ ਨੌਰਥ ਵੱਲ ਜਾਣਾ ਜਾਂ ਸਾਊਥ ਵੱਲ ਜਾਣਾ, ਯਾਨੀ ਕਿ ਇਹਦੇ ਵਿੱਚ ਕੀ ਹੁੰਦਾ ਆ, ਓਨਲੀ ਮੈਗਨੀਟਿਊਡ ਹੁੰਦਾ ਆ ਦੂਰੀ ਦੇ ਵਿੱਚ। ਅਤੇ ਡਿਸਪਲੇਸਮੈਂਟ ਦੇ ਵਿੱਚ ਕੀ ਹੁੰਦਾ ਆ, ਮੈਗਨੀਟਿਊਡ ਤਾਂ ਹੁੰਦਾ ਹੀ ਹੁੰਦਾ, ਪਲੱਸ ਕੀ ਹੁੰਦੀ ਆ ਨਾਲ, ਡਾਇਰੈਕਸ਼ਨ ਹੁੰਦੀ ਆ। ਯਾਨੀ ਕਿ ਵਿਸਥਾਪਨ ਦਾ ਮੈਗਨੀਟਿਊਡ ਹੁੰਦਾ ਅਤੇ ਡਾਇਰੈਕਸ਼ਨ ਹੁੰਦੀ ਆ, ਅਤੇ ਇਹਨੂੰ ਆਪਾਂ ਕੀ ਕਹਾਂਗੇ, ਇਹ ਇੱਕ ਕੀ ਆ, ਵੈਕਟਰ ਆ। ਇਹ ਕਾਹਦੀ ਗੱਲ ਕਰਦੀ ਸੀ ਮੈਂ, ਡਿਸਟੈਂਸ, ਅਤੇ ਇਹ ਕਾਹਦੀ ਗੱਲ ਹੋ ਰਹੀ ਸੀ, ਡਿਸਪਲੇਸਮੈਂਟ ਦੀ। ਡਿਸਟੈਂਸ ਦੇ ਯੂਨਿਟ ਮੀਟਰ ਨੇ। ਹੁਣ ਡਿਸਪਲੇਸਮੈਂਟ ਹੈ ਤਾਂ ਇੱਕ ਦੂਰੀ ਦੀ ਤਰ੍ਹਾਂ ਹੀ ਆ, ਤਾਂ ਇਹਦੇ ਯੂਨਿਟਸ ਵੀ ਕੀ ਹੋਣਗੇ, ਮੀਟਰ ਹੀ ਹੋਣਗੇ। ਨੈਕਸਟ ਆਪਣੇ ਕੋਲ ਆ ਗਈ ਸਪੀਡ ਕੀ ਹੁੰਦੀ ਆ, ਚਾਲ ਕੀ ਹੁੰਦੀ ਆ, ਵੇਗ ਕੀ ਹੁੰਦੀ ਆ। ਹੁਣ ਇੱਕ ਚੀਜ਼ ਹੋਰ, ਡਿਸਟੈਂਸ, ਹੁਣ ਆਪਾਂ ਕਹੀਏ ਵੀ ਇੱਥੋਂ ਮੈਂ 13 ਕਿਲੋਮੀਟਰ ਜਾਣਾ, ਤਾਂ ਡਿਸਟੈਂਸ ਹਮੇਸ਼ਾ ਪੋਜ਼ੀਟਿਵ ਹੁੰਦਾ। ਡਿਸਟੈਂਸ ਹਮੇਸ਼ਾ ਕੀ ਹੁੰਦਾ, ਪੋਜ਼ੀਟਿਵ ਹੁੰਦਾ। ਡਿਸਪਲੇਸਮੈਂਟ ਪੋਜ਼ੀਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ ਆ, ਅਤੇ ਜ਼ੀਰੋ ਵੀ ਹੋ ਸਕਦੀ ਹੈ। ਜ਼ੀਰੋ ਡਿਸਪਲੇਸਮੈਂਟ ਕਦੋਂ ਹੋਊਗੀ? ਹੁਣ ਡਿਸਪਲੇਸਮੈਂਟ ਕੀ ਹੈ, ਸ਼ਾਰਟਕਟ, ਸ਼ਾਰਟੈਸਟ ਡਿਸਟੈਂਸ। ਸਪੋਜ਼ ਕਰ ਲਓ ਮੈਂ ਕਹਾਂ ਕਿ ਇੱਥੇ ਕੋਈ ਔਬਜੈਕਟ ਸੀ A,
ਇਹਨੇ ਮੂਵ ਕੀਤਾ ਦੁਬਾਰਾ ਇੱਥੇ ਹੀ ਆ ਗਿਆ ਤਾਂ ਹੁਣ ਸ਼ਾਰਟੈਸਟ ਡਿਸਟੈਂਸ ਉਹ ਏ 'ਤੇ ਹੀ ਖੜਾ, ਏ 'ਤੇ ਹੀ ਉਹ ਵਾਪਸ ਆ ਗਿਆ ਤਾਂ ਡਿਸਪਲੇਸਮੈਂਟ ਕਿੰਨੀ ਹੈ ਇਹਦੀ 0 ਆ। ਬਟ ਦੂਰੀ ਕਿੰਨੀ ਆਊਗੀ, ਜਿੰਨਾ ਆਪਣੇ ਸਰਕਲ ਦਾ ਸਰਕਮਫਰੈਂਸ ਆ ਉਹ ਉਹਦਾ ਕੀ ਆਊਗਾ, ਇੰਨਾ ਉਹਨੇ ਡਿਸਟੈਂਸ ਮੂਵ ਕੀਤਾ। ਤਾਂ ਆਈ ਥਿੰਕ ਇਹ ਸਾਰਿਆਂ ਨੂੰ ਡਿਸਟੈਂਸ ਐਂਡ ਡਿਸਪਲੇਸਮੈਂਟ ਦੇ ਵਿੱਚ ਫਰਕ ਕਲੀਅਰ ਹੈ। ਡਿਸਟੈਂਸ ਨੂੰ ਪੰਜਾਬੀ 'ਚ ਬੋਲਦੇ ਆ ਦੂਰੀ ਅਤੇ ਡਿਸਪਲੇਸਮੈਂਟ ਉਹਨੂੰ ਬੋਲਦੇ ਆ ਵਿਸਥਾਪਨ। ਇਹਦੇ ਮੈਂ ਨੋਟਸ ਵੀ ਪ੍ਰੋਵਾਈਡ ਕਰ ਦਾਂਗੀ ਜਿਹਦੇ ਵਿੱਚ ਇਹਨਾਂ ਦੀਆਂ ਪੂਰੀਆਂ ਡੈਫੀਨੇਸ਼ਨ ਅਤੇ ਦੋਨਾਂ ਦੇ ਵਿੱਚ ਡਿਫਰੈਂਸ ਵੀ ਦਿੱਤਾ ਹੋਏਗਾ। ਨੈਕਸਟ ਆਪਾਂ ਕਰਦੇ ਹਾਂ ਚਾਲ ਅਤੇ ਵੇਗ ਕੀ ਹੁੰਦੀ ਹੈ, ਯਾਨੀ ਕਿ ਸਪੀਡ ਐਂਡ ਵੈਲੋਸਿਟੀ। ਸਪੀਡ ਐਂਡ ਵੈਲੋਸਿਟੀ, ਇਹਨੂੰ ਬੋਲਦੇ ਆ ਚਾਲ, ਇਹਨੂੰ ਬੋਲਦੇ ਆ ਵੇਗ। ਸਪੀਡ ਕੀ ਹੁੰਦੀ ਆ, ਸਪੀਡ ਹੁਣ ਜਿਵੇਂ ਕਹਿ ਦਈਏ ਕੋਈ ਵਹੀਕਲ ਆ ਕਿੰਨੀ ਸਪੀਡ 'ਤੇ ਟਰੈਵਲ ਕਰਦਾ ਪਿਆ ਵਿਦ ਰਿਸਪੈਕਟ ਟੂ ਟਾਈਮ, ਯਾਨੀ ਕਿ ਸਪੀਡ ਵਿਲ ਬੀ ਇਕੁਅਲ ਟੂ ਡਿਸਟੈਂਸ ਟਰੈਵਲ ਬਾਏ ਐਨ ਆਬਜੈਕਟ ਵਿਦ ਰਿਸਪੈਕਟ ਟੂ ਟਾਈਮ, ਯਾਨੀ ਕਿ ਸਪੀਡ ਕਾਹਦੀ ਇਕੁਅਲ ਹੈ, ਡਿਸਟੈਂਸ ਅਪੋਨ ਟਾਈਮ। ਅਤੇ ਵੈਲੋਸਿਟੀ ਕੀ ਹੈ, ਇੱਕ ਸਪੀਡ ਹੀ ਹੈ ਜਸਟ, ਬਸ ਇਹਦੇ ਵਿੱਚ ਕੀ ਆ, ਇਹ ਸਕੇਲਰ ਆ ਅਤੇ ਇਹ ਵੈਕਟਰ ਆ, ਇਹਦੇ ਵਿੱਚ ਡਾਇਰੈਕਸ਼ਨ ਮੈਂਸ਼ਨ ਕੀਤੀ ਹੋਊਗੀ, ਯਾਨੀ ਕਿ ਵੈਲੋਸਿਟੀ ਕਾਹਦੀ ਇਕੁਅਲ ਹੁੰਦੀ ਹੈ, ਡਿਸਪਲੇਸਮੈਂਟ ਅਪੋਨ ਟਾਈਮ। ਹੁਣ ਡਿਸਟੈਂਸ ਦੇ ਯੂਨਿਟ ਆਪਣੇ ਕੋਲ ਹੁੰਦੇ ਆ ਮੀਟਰ ਅਤੇ ਟਾਈਮ ਦੇ ਯੂਨਿਟ ਹੁੰਦੇ ਆ ਸੈਕਿੰਡ, ਯਾਨੀ ਕਿ ਸਪੀਡ ਦੇ ਯੂਨਿਟ ਕੀ ਦਿੱਤੇ ਹੋਏ ਆ, ਮੀਟਰ ਪਰ ਸੈਕਿੰਡ, ਜਾਂ ਇਹਨੂੰ ਇੱਦਾਂ ਵੀ ਲਿਖ ਦਿੰਦੇ ਆ -1। -1 ਦਾ ਮਤਲਬ ਐਸ ਨੂੰ ਆਪਣੇ ਕੋਲ ਡਿਨੋਮੀਨੇਟਰ ਦੇ ਵਿੱਚ ਆ, ਉੱਪਰ ਆਪਾਂ -1 ਦਾ ਮਤਲਬ ਐਸ ਦਾ ਕੀ ਆ, ਰੈਸੀਪ੍ਰੋਕਲ ਆ। ਅਤੇ ਡਿਸਪਲੇਸਮੈਂਟ ਦੇ ਯੂਨਿਟ ਵੀ ਕੀ ਹੁੰਦੇ ਆ, ਮੀਟਰ, ਅਤੇ ਟਾਈਮ ਦੇ ਯੂਨਿਟ ਵੀ ਕੀ ਹੁੰਦੇ ਆ, ਸੈਕਿੰਡ। ਤਾਂ ਇਹਦਾ ਮਤਲਬ ਇਹਦੇ ਯੂਨਿਟਸ ਵੀ ਕੀ ਆ ਗਏ, ਮੀਟਰ ਪਰ ਸੈਕਿੰਡ। ਬਸ ਇਹਨਾਂ ਦੇ ਵਿੱਚ ਫ਼ਰਕ ਕੀ ਹੈ, ਇਹ ਡਿਸਟੈਂਸ ਅਪੋਨ ਟਾਈਮ ਆ ਅਤੇ ਇਹ ਡਿਸਪਲੇਸਮੈਂਟ ਅਪੋਨ ਟਾਈਮ ਆ। ਅਤੇ ਸਪੀਡ ਕੀ ਆ ਆਪਣੇ ਕੋਲ ਸਕੇਲਰ, ਅਤੇ ਵੈਲੋਸਿਟੀ ਆਪਣੇ ਕੋਲ ਕੀ ਆ, ਵੈਕਟਰ। ਯਾਨੀ ਕਿ ਸਪੀਡ ਹਮੇਸ਼ਾ ਕੀ ਹੋਊਗੀ, ਪੋਜ਼ੀਟਿਵ, ਅਤੇ ਜਿਹੜਾ ਆਪਣੇ ਕੋਲ ਵੈਕਟਰ ਆ ਵੈਲੋਸਿਟੀ ਆ ਇਹ ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ, 0 ਵੀ ਹੋ ਸਕਦੀ ਆ। ਹੁਣ ਨੈਗੇਟਿਵ ਕਦੋਂ ਹੋਊਗੀ, ਸਪੋਜ਼ ਕਰ ਲਓ ਮੈਂ ਤੁਹਾਨੂੰ ਕਹਿਤਾ ਵੀ ਕੋਈ ਆਬਜੈਕਟ ਇੱਧਰ ਨੂੰ ਜਾ ਰਿਹਾ 5 ਕਿਲੋਮੀਟਰ। ਹੁਣ 5 ਕਿਲੋਮੀਟਰ ਆਪਣੇ ਕੋਲ ਪੋਜ਼ੀਟਿਵ ਡਿਸਟੈਂਸ ਆ, ਜੇ ਮੈਂ ਕਹਿੰਦਾ ਉਹੀ ਆਬਜੈਕਟ ਇੱਧਰ ਨੂੰ ਜਾ ਰਿਹਾ ਤਾਂ ਉਹਨੂੰ ਆਪਾਂ ਕੀ ਲਵਾਂਗੇ, -5, ਯਾਨੀ ਕਿ ਆਹ ਹੋ ਗਈ ਪੋਜ਼ੀਟਿਵ ਡਿਸਪਲੇਸਮੈਂਟ ਅਤੇ ਆਹ ਹੋ ਗਈ ਨੈਗੇਟਿਵ ਡਿਸਪਲੇਸਮੈਂਟ। ਅਤੇ 0 ਡਿਸਪਲੇਸਮੈਂਟ ਕਦੋਂ ਆ, ਜਦੋਂ ਆਬਜੈਕਟ ਆਪਣਾ ਸੇਮ ਪੋਜੀਸ਼ਨ 'ਤੇ ਆ ਗਿਆ। ਤਾਂ ਸੇਮ ਵੈਲੋਸਿਟੀ ਦੀ ਵੀ ਕੀ ਹੋ ਸਕਦੀ ਆ, ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਆ ਅਤੇ 0 ਵੀ ਹੋ ਸਕਦੀ ਆ। ਇਹ ਸੀਗਾ ਆਪਣੇ ਕੋਲੇ ਵੈਲੋਸਿਟੀ ਐਂਡ ਸਪੀਡ। ਨੈਕਸਟ ਆ ਮੱਧਮਾਨ ਚਾਲ ਕੀ ਹੁੰਦੀ ਹੈ, ਯਾਨੀ ਕਿ ਐਵਰੇਜ ਵੈਲੋਸਿਟੀ ਜਾਂ ਐਵਰੇਜ ਸਪੀਡ। ਐਵਰੇਜ ਸਪੀਡ ਕੀ ਆਊਗੀ, ਟੋਟਲ ਡਿਸਟੈਂਸ ਡਿਵਾਈਡਡ ਬਾਈ ਟੋਟਲ ਟਾਈਮ। ਟੋਟਲ ਟਾਈਮ। ਹੁਣ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਕੇਲਰ ਜਿਹੜੀਆਂ ਸੀਗੀਆਂ ਰਾਸ਼ੀਆਂ ਕਿਹੜੀਆਂ ਨੇ ਅਤੇ ਵੈਕਟਰ ਕਿਹੜੀਆਂ ਨੇ, ਵੈਕਟਰ ਕੁਆਂਟੀਟੀਜ਼ ਕਿਹੜੀਆਂ ਨੇ ਅਤੇ ਸਕੇਲਰ ਕਿਹੜੀਆਂ ਨੇ। ਸਕੇਲਰ ਕਿਹੜੀਆਂ ਨੇ, ਡਿਸਟੈਂਸ, ਸਪੀਡ, ਟਾਈਮ, ਟੈਂਪਰੇਚਰ, ਇਹ ਸਾਰੀਆਂ ਸਕੇਲਰ ਨੇ। ਇਹਨਾਂ ਦੇ ਵਿੱਚ ਸਿਰਫ ਆਪਣੇ ਕੋਲ ਮੈਗਨੀਟਿਊਡ ਹੁੰਦਾ, ਇਹਨਾਂ ਦੇ ਵਿੱਚ ਡਾਇਰੈਕਸ਼ਨ ਨਹੀਂ ਹੁੰਦੀ। ਵੈਕਟਰ ਕਿਹੜੀਆਂ ਨੇ, ਡਿਸਪਲੇਸਮੈਂਟ, ਵੈਲੋਸਿਟੀ, ਫੋਰਸ, ਇਹ ਸਾਰੀਆਂ ਕੀ ਨੇ, ਵੈਕਟਰ ਕੁਆਂਟੀਟੀਜ਼ ਨੇ। ਨੈਕਸਟ ਆਪਣੇ ਕੋਲ ਕੀ ਆ, ਵੈਕਟਰ ਐਂਡ ਸਕੇਲਰ ਵੀ ਆਈ ਥਿੰਕ ਸਭ ਨੂੰ ਕਲੀਅਰ ਹੋ ਗਿਆ ਹੋਣਾ। ਨੈਕਸਟ ਆਪਣੇ ਕੋਲ ਡੈਫੀਨੇਸ਼ਨਸ ਨੇ, distance versus displacement. Distance is how far an object has moved. It has only magnitude without direction. यानी कि distance ਦੀ ਕੀ ਹੁੰਦੀ ਹੈ, ਸਿਰਫ ਮੈਗਨੀਟਿਊਡ ਹੁੰਦਾ ਆ, ਇਹਦੀ ਡਾਇਰੈਕਸ਼ਨ ਨਹੀਂ ਹੁੰਦੀ। ਸਿਰਫ ਆਪਣੇ ਕੋਲ ਵੈਲਿਊਜ਼ ਹੁੰਦੀਆਂ ਨੇ ਕਿ ਕਿਸੇ ਨੇ ਇੰਨੀ ਦੂਰੀ ਤੈਅ ਕੀਤੀ, ਕਿਸੇ ਨੇ ਇੰਨੀ ਦੂਰੀ ਤੈਅ ਕੀਤੀ, ਆਬਜੈਕਟ ਨੇ, ਇਹਦੀ ਕੋਈ ਵੀ ਮਤਲਬ ਆਪਣੇ ਕੋਲ ਡਾਇਰੈਕਸ਼ਨ ਨਹੀਂ ਹੁੰਦੀ। ਡਿਸਪਲੇਸਮੈਂਟ ਕੀ ਆ, ਹਾਊ ਫਾਰ ਐਂਡ ਇਨ ਵਟ ਡਾਇਰੈਕਸ਼ਨ, ਯਾਨੀ ਕਿ ਇਹਦੇ ਵਿੱਚ ਸਪੈਸ਼ਲ ਮੈਂਸ਼ਨ ਚੀਜ਼ ਕੀ ਹੈ, ਡਾਇਰੈਕਸ਼ਨ ਹੁੰਦੀ ਆ। ਐਨ ਆਬਜੈਕਟ ਹੈਜ਼ ਮੂਵ ਫਰੋਮ ਇਟਸ ਸਟਾਰਟਿੰਗ ਪੁਆਇੰਟ ਦੈਟ ਇਜ਼ ਡਾਇਰੈਕਟ ਡਿਸਟੈਂਸ, ਜਾਂ ਆਪਾਂ ਕੀ ਕਹਿ ਸਕਦੇ ਹਾਂ, ਸ਼ਾਰਟਕਟ ਡਿਸਟੈਂਸ ਬਿਟਵੀਨ ਦ 2 ਪੁਆਇੰਟ। ਸ਼ਾਰਟੈਸਟ ਡਿਸਟੈਂਸ ਨੂੰ ਕੀ ਬੋਲਾਂਗੇ, ਡਿਸਪਲੇਸਮੈਂਟ। ਡਿਸਟੈਂਸ ਕੀ ਹੈ, ਇਹਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਅਤੇ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਹੁੰਦੀ ਆ। ਨੈਕਸਟ ਆਪਣੇ ਕੋਲ ਸਪੀਡ ਐਂਡ ਵੈਲੋਸਿਟੀ। ਸਪੀਡ ਇਜ਼ ਦ ਡਿਸਟੈਂਸ ਆਫ ਐਨ ਆਬਜੈਕਟ ਟਰੈਵਲ ਇਨ ਅ ਗਿਵਨ ਅਮਾਊਂਟ ਆਫ ਟਾਈਮ, ਯਾਨੀ ਕਿ ਸਪੀਡ ਦਾ ਕੀ ਫਾਰਮੂਲਾ, ਡਿਸਟੈਂਸ ਅਪੋਨ ਟਾਈਮ, ਅਤੇ ਯੂਨਿਟਸ ਕੀ ਹੁੰਦੇ ਨੇ, ਮੀਟਰ ਪਰ ਸੈਕਿੰਡ।
ਨੈਕਸਟ ਇਜ਼ ਟਾਈਪਸ ਆਫ ਸਪੀਡ। ਟਾਈਪ ਦੋ ਟਾਈਪ ਦੀ ਹੁੰਦੀ ਹੈ, ਕੌਨਸਟੈਂਟ ਸਪੀਡ, ਚੇਂਜਿੰਗ ਸਪੀਡ। ਕੌਨਸਟੈਂਟ ਸਪੀਡ ਦਾ ਮਤਲਬ ਕੀ ਆ, ਸਪੀਡ ਡਜ਼ ਨਾਟ ਚੇਂਜ। ਸਪੋਜ਼ ਕਰ ਲਓ ਕਿ ਆਪਾਂ ਇੱਕ ਫਿਕਸ ਸਪੀਡ ਰੱਖਤੀ, ਯਾਨੀ ਕਿ ਆਪਾਂ ਕੀ ਆ, ਇੱਕ ਕਾਰ ਦਾ ਕੰਟਰੋਲ 'ਚ ਰੱਖਤਾ ਵੀ ਆਪਾਂ ਸਿਰਫ ਇੰਨੀ ਸਪੀਡ 'ਤੇ ਹੀ ਆਪਣੀ ਬਾਈਕ ਨੂੰ ਜਾਂ ਕਾਰ ਨੂੰ ਲੈ ਕੇ ਜਾਣਾ। ਚੇਂਜਿੰਗ ਸਪੀਡ ਦਾ ਮਤਲਬ ਕੀ, ਆਪਾਂ ਸਪੀਡ ਨੂੰ ਕੀ ਕਰਦੇ ਪਏ ਹਾਂ, ਚੇਂਜ ਕਰਦੇ ਪਏ ਹਾਂ। ਰਾਈਡਿੰਗ ਅ ਬਾਈਕ ਫॉर 5 ਕਿਲੋਮੀਟਰ, ਟੇਕ ਆਫ ਐਂਡ ਇਨਕਰੀਜ਼ ਸਪੀਡ, ਸਲੋ ਡਾਊਨ ਅਪ ਫਿਲ, ਸਪੀਡ ਅਪ ਡਾਊਨ ਹਿਲ, ਸਟੋਪ ਫॉर ਸਟੋਪ ਸਾਈਨ ਐਂਡ ਟ੍ਰਿਪ ਟੂ ਫॉर 15 ਮਿੰਟ। ਸਪੋਜ਼ ਕਰ ਲਓ ਕਿ ਜਿਵੇਂ ਆਪਣੇ ਬੱਸ ਟਰੈਵਲ ਕਰਦੀ ਆ, ਵੀ ਉਹਨੇ 2 ਕਿਲੋਮੀਟਰ ਟਰੈਵਲ ਕੀਤਾ, ਸਟੋਪ ਆ ਗਿਆ, ਸਟੋਪ ਕਰ ਗਈ, ਫਿਰ ਉਸ ਤੋਂ ਬਾਅਦ ਰੋਡ ਖਰਾਬ ਆ ਗਿਆ, ਸਪੀਡ ਉਹਨੇ ਸਲੋ ਕਰ ਲਈ, ਫਿਰ ਫਾਸਟ ਕਰ ਲਈ, ਤਾਂ ਇਹਦਾ ਮਤਲਬ ਸਪੀਡ ਕੀ ਕਰ ਰਹੇ ਪਏ ਹਾਂ, ਆਪਾਂ ਚੇਂਜ ਕਰਦੇ ਪਏ ਹਾਂ। ਨੈਕਸਟ ਇਜ਼ ਐਕਸਲਰੇਸ਼ਨ। ਵਟ ਇਜ਼ ਐਕਸਲਰੇਸ਼ਨ? ਐਕਸਲਰੇਸ਼ਨ ਨੂੰ ਬੋਲਦੇ ਆ ਪ੍ਰਵੇਗ। ਇਹਨੂੰ ਕੀ ਬੋਲਦੇ ਆ, ਪ੍ਰਵੇਗ। ਐਕਸਲਰੇਸ਼ਨ ਦਾ ਮਤਲਬ, ਐਕਸਲਰੇਸ਼ਨ ਹੈ ਕੀ ਆ, ਐਕਸਲਰੇਸ਼ਨ ਹੁੰਦੀ ਆ ਚੇਂਜ ਇਨ ਵੈਲੋਸਿਟੀ, ਯਾਨੀ ਕਿ ਵੈਲੋਸਿਟੀ ਅਪੋਨ ਟਾਈਮ। ਹੁਣ ਵੈਲੋਸਿਟੀ ਵੀ ਆਪਣੇ ਕੋਲ ਕੀ ਸੀ, ਇੱਕ ਵੈਕਟਰ, ਤਾਂ ਐਕਸਲਰੇਸ਼ਨ ਵੀ ਕੀ ਹੋਊਗੀ, ਇੱਕ ਵੈਕਟਰ। ਯਾਨੀ ਕਿ ਇਹ ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ, ਜ਼ੀਰੋ ਵੀ ਹੋ ਸਕਦੀ ਹੈ। ਜ਼ੀਰੋ ਐਕਸਲਰੇਸ਼ਨ ਦਾ ਮਤਲਬ ਕੀ ਆ, ਵੈਲੋਸਿਟੀ ਆਪਣੇ ਕੋਲ ਕੀ ਆ, ਕੌਨਸਟੈਂਟ ਆ, ਵੈਲੋਸਿਟੀ ਚੇਂਜ ਨਹੀਂ ਹੋ ਰਹੀ। ਪੋਜ਼ੀਟਿਵ ਐਂਡ ਨੈਗੇਟਿਵ ਸਾਈਨ ਸ਼ੋ, ਪੋਜ਼ੀਟਿਵ ਸਾਈਨ ਸ਼ੋ ਕਰਦਾ ਹੈ ਐਕਸਲਰੇਸ਼ਨ, ਪੋਜ਼ੀਟਿਵ ਸਾਈਨ ਸ਼ੋ ਕਰਦਾ ਹੈ ਮਤਲਬ ਆਪਣੀ ਵੈਲੋਸਿਟੀ ਇਨਕਰੀਜ਼ ਹੋ ਰਹੀ ਹੈ। ਨੈਗੇਟਿਵ ਸਾਈਨ ਸ਼ੋ ਕਰਦਾ ਹੈ ਡਿਕਰੀਜ਼ਿੰਗ ਐਕਸਲਰੇਸ਼ਨ ਜਾਂ ਡਿਟਾਰਡਿੰਗ ਐਕਸਲਰੇਸ਼ਨ। ਯੂਨੀਫਾਰਮ ਐਕਸਲਰੇਸ਼ਨ ਦੀ ਇਕੁਏਸ਼ਨ ਕੀ ਹੈ, ਐਕਸਲਰੇਸ਼ਨ ਇਜ਼ ਇਕੁਅਲਸ ਟੂ v/t। ਕੱਲ੍ਹ ਆਪਾਂ ਇਹਨਾਂ ਦੇ ਗ੍ਰਾਫ ਡਿਸਕਸ ਕਰਾਂਗੇ ਕਿ ਵੈਲੋਸਿਟੀ ਟਾਈਮ ਗ੍ਰਾਫ ਕੀ ਸ਼ੋ ਕਰਦਾ ਹੈ, ਡਿਸਟੈਂਸ ਟਾਈਮ ਗ੍ਰਾਫ ਕੀ ਸ਼ੋ ਕਰਦਾ ਆ, ਯੂਨੀਫਾਰਮ ਐਕਸਲਰੇਸ਼ਨ ਜਾਂ ਯੂਨੀਫਾਰਮ ਵੈਲੋਸਿਟੀ ਐਂਡ ਯੂਨੀਫਾਰਮ ਸਪੀਡ ਕੀ ਆ। ਆਈ ਹੋਪ ਇਹ ਟੌਪਿਕ ਇੰਨਾ ਸਭ ਨੂੰ ਸਮਝ ਲੱਗ ਗਿਆ ਹੋਣਾ। ਜੇ ਫਿਰ ਵੀ ਕੋਈ ਡਾਊਟ ਆਉਂਦਾ ਤਾਂ ਮੈਨੂੰ ਦੱਸ ਦੇਣਾ, ਅਤੇ ਟੈਲੀਗ੍ਰਾਮ ਦੇ ਗਰੁੱਪ ਦੇ ਵਿੱਚ ਮੈਂ ਇਹਨਾਂ ਦੇ ਨੋਟਸ ਪ੍ਰੋਵਾਈਡ ਕਰਵਾ ਦਾਂਗੀ।